प्यारे दर्शकों असी हालातां दे गल कर रहे हैं। पंजाब ते हरियाणा हिमाचल एक किसी टाइम संयुक्त पंजाब हुंदा सी ते राजनीतिक हालात इस तरह बने कि इन्हां नूं विभाजन कर दिता गया, इन्हां नूं अलग कर दिता गया भाषा के आधार के उपर। अज ये सांझा जिहड़ा पंजाब आपां कह सकते हैं, इहनूं साडे अपने ही लोग ने, साडा अपना ही भाईचारा है ते इन्हां तिन्नां ही स्टेटां दे विच सब तो ज़्यादा जिहड़ी मार वो पानी दी पई है। पानी भावें कि कुदरती स्रोत है, कुदरत दे वल्लों मींह भी पैंदा है, ज़्यादा मींह पैण करके किते कुदरती ते गैर कुदरती तरीके दोनों तरीकिਆਂ दे कारण जिहड़ा हड़ आउंदा है, असीं इस तो सारे जाणू हाँ। हड़ां दे विच जिस तरह का माहौल बनता है, क्योंकि पानी दे अगे किसी का जोर नहीं हुंदा, जल थल जिहड़ा एक सारा हो जाता है ते अजिहे समय दे विच बड़े हालात ने जिहड़े वो नाजुक ने। नाजुक हालातां दे विच किस तरह की स्थिति आ हुण वो सारी गलबात असीं करांगे। सीनियर पत्रकार संजय मल्होत्रा जी साडे नाल मौजूद ने, उन्हां तो असीं जानकारी लवांगे। मल्होत्रा जी स्वागत है जी आयां नूं। सत श्री अकाल जी। सत श्री अकाल जी, बहुत बहुत तुहाडा स्वागत जी, धन्यवाद। ਤੇ ਜੇਕਰ ਗੱਲ ਕਰਾਂ ਮੈਂ ਸਭ ਤੋਂ ਪਹਿਲਾਂ ਅਸੀਂ ਸੰਜੇ ਜੀ ਜੇਕਰ ਗੱਲ ਕੀਤੀ ਜਾਵੇ ਹਿਮਾਚਲ ਤੋਂ ਸ਼ੁਰੂ ਕਰਾਂਗੇ, ਕਿਉਂਕਿ ਹਿਮਾਚਲ ਦੇ ਵਿੱਚ ਜਿਹੜਾ ਪਾਣੀ ਅਸੀਂ ਵੇਖਿਆ ਕਿ ਜ਼ਿਆਦਾ ਬਹੁਤ ਜ਼ਿਆਦਾ ਜਿਸ ਤਰ੍ਹਾਂ ਦਾ ਅਨੁਮਾਨ ਲਗਾਇਆ ਜਾਂਦਾ ਸੀ ਉਸ ਤੋਂ ਜ਼ਿਆਦਾ ਮੀਂਹ ਪਿਆ। ਉਸ ਤੋਂ ਬਾਅਦ ਉਹੀ ਪਾਣੀ ਫਿਰ ਪੰਜਾਬ ਦੇ ਵਿੱਚੋਂ ਆਉਂਦਾ ਤੇ ਪੰਜਾਬ ਦੇ ਵਿੱਚ ਉਸ ਪਾਣੀ ਦੇ ਨਾਲ ਜ਼ਿਆਦਾ ਜਿਹੜੀ ਮਾਰ ਪੈਂਦੀ ਹੈ। ਇਹ ਭਾਵੇਂ ਇੱਕ ਵਿਲੱਖਣ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮੀਂਹ ਪੈਣਾ ਚਾਹੀਦਾ ਸੀ, ਜਿੰਨਾ ਮੀਂਹ ਆਮ ਤੌਰ ਤੇ ਦਰਜ ਕੀਤਾ ਜਾਂਦਾ ਹੈ ਸੌਣ ਦੇ ਮਹੀਨੇ ਦੇ ਵਿੱਚ ਜਾਂ ਜਿਹੜਾ ਮੌਨਸੂਨ ਸੀਜ਼ਨ ਹੁੰਦਾ ਉਸ ਤਰ੍ਹਾਂ ਦਾ ਮੀਂਹ ਉਨੀ ਰੇਂਜ ਦੇ ਵਿੱਚ ਨਹੀਂ ਪਿਆ, ਪਰ ਫਿਰ ਵੀ ਹਿਮਾਚਲ ਦੇ ਵਿੱਚ ਦੁੱਗਣਾ ਪਿਆ ਤੇ ਅਸੀਂ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਚਾਹਾਂਗੇ ਤੇ ਆਪਣੇ ਦਰਸ਼ਕਾਂ ਨੂੰ ਇਹ ਅਸੀਂ ਜਾਣਕਾਰੀ ਮੁਹੱਈਆ ਕਰਵਾਵਾਂਗੇ ਤੁਹਾਡੇ ਰਾਹੀਂ ਕਿ ਜਿਹੜੇ ਹਾਲਾਤ ਨੇ। ਭਾਵੇਂ ਕਿ ਹਰਿਆਣੇ ਦਾ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਿ ਹਰਿਆਣੇ ਦੀ ਸਿਰਫ ਘੱਗਰ ਦੀ ਜਿਹੜੀ ਮਾਰ ਪਈ ਸੀ ਉੱਥੇ ਹਾਲਾਤ ਜਿਹੜੇ ਖਰਾਬ ਹੋਏ ਸਨ। ਹਰਿਆਣੇ ਦੇ ਘੱਗਰ ਦੇ ਨਾਲ ਲੱਗਦੇ ਜਿਹੜੇ ਪਿੰਡ ਸਨ, ਪਰ ਹੁਣ ਹਰਿਆਣੇ ਦੀ ਸਥਿਤੀ ਮੈਨੂੰ ਲੱਗ ਰਿਹਾ ਲਗਭਗ ਠੀਕ ਹੀ ਹੈ, ਕੋਈ ਹਰਿਆਣੇ 'ਚ ਜ਼ਿਆਦਾ ਨੁਕਸਾਨ ਨਹੀਂ ਹੈਗਾ। ਤੇ ਜ਼ਿਆਦਾ ਇਸ ਵੇਲੇ ਅਸੀਂ ਜਿਹੜੀ ਗੱਲ ਕਰਾਂਗੇ ਉਹ ਹਿਮਾਚਲ ਤੇ ਪੰਜਾਬ ਦੀ। ਤੇ ਜ਼ਿਆਦਾ ਨੁਕਸਾਨ ਜਿਹੜਾ ਇੱਥੇ ਹੋਇਆ, ਲੋਕਾਂ ਦੇ ਵਿੱਚ ਡਰ ਮਾਹੌਲ ਦਾ ਜਿਹੜਾ ਸਹਿਮ ਹੈ ਜਿਹੜਾ ਉਹ ਬਣਿਆ ਹੋਇਆ ਹੈ। ਬੜੇ ਭਾਵੁਕ ਲੋਕ ਹੋਏ ਨੇ, ਜਾਨ ਤੇ ਮਾਲ ਦੀ ਜਿਹੜੀ ਰੱਖਿਆ ਦੀ ਇਸ ਵੇਲੇ ਬੜੀ ਚਿੰਤਾ ਹੋਈ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸਾਡੇ ਗੁਆਂਢੀ ਸੂਬਾ ਜਿਹੜਾ ਹਿਮਾਚਲ ਤੇ ਪੰਜਾਬ ਤੇ ਜਿਹੜਾ ਹਿਮਾਚਲ ਦੋਨੇ ਇੱਕ ਦੂਸਰੇ ਦੇ ਨਾਲ ਦੋਵਾਂ ਦਾ ਹੁਣ ਭਰਾਵਾਂ ਵਾਲਾ ਕੰਮ ਹੈ। ਜਿਵੇਂ ਇੱਕ ਘਰ ਦੇ ਵਿੱਚ ਵੰਡ ਹੋ ਜਾਂਦੀ ਹੈ, ਸਾਡੇ ਆਪਣੇ ਲੋਕ ਨੇ ਉਹਨਾਂ ਦੀ ਵੀ ਸਾਨੂੰ ਫਿਕਰ ਪੂਰੀ ਹੈ ਤੇ ਉੱਥੇ ਜਿਹੜੀਆਂ ਸੰਸਥਾਵਾਂ ਨੇ ਦਿਲ ਖੋਲ ਕੇ, ਕਿਉਂਕਿ ਪੰਜਾਬੀ ਭਾਈਚਾਰਾ ਤਾਂ ਸ਼ੁਰੂ ਤੋਂ ਹੀ ਇਹ ਹੈ ਕਿ ਦਿਲ ਖੋਲ ਕੇ ਹਰ ਜਗ੍ਹਾ ਸੇਵਾ ਕਰਦਾ ਜਿੱਥੇ ਵੀ ਲੋੜ ਪੈਂਦੀ ਹੈ। ਹਿਮਾਚਲ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀ ਉਹ ਸੇਵਾ ਕਰ ਰਹੀਆਂ ਨੇ। ਹਿਮਾਚਲ ਦੇ ਵਿੱਚ ਸੰਜੇ ਜੀ ਕੀ ਹਾਲਾਤ ਬਣੇ ਨੇ, ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਉਹਨਾਂ ਦੇ ਉੱਪਰ ਪਹਿਲਾਂ ਜਾਣਕਾਰੀ ਦਿੱਤੀ ਜਾਵੇ ਜੀ। ਬਿਲਕੁਲ ਬਲ ਸਾਹਿਬ, ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵਾਰ ਵੈਸੇ ਤਾਂ ਉੱਥੇ ਬਾਰਿਸ਼ ਬਾਕੀ ਸੂਬਿਆਂ ਦੇ ਮੁਕਾਬਲੇ 'ਚ ਵੈਸੇ ਜ਼ਿਆਦਾ ਹੁੰਦੀ ਹੈਗੀ ਆ, ਲੇਕਿਨ ਇਸ ਵਾਰ ਤਾਂ ਸਾਰੇ ਅਗਲੇ ਪਿਛਲੇ ਰਿਕਾਰਡ ਇੱਕ ਤਰ੍ਹਾਂ ਦੇ ਟੁੱਟ ਗਏ ਹੈਗੇ ਨੇ। ਤੁਸੀਂ ਹਿਸਾਬ ਲਗਾਓ ਕਿ ਜੁਲਾਈ ਤੋਂ ਲਗਾਤਾਰ ਉੱਥੇ ਜਿਹੜੀ ਹੈ ਬਾਰਿਸ਼ ਹੋ ਰਹੀ ਹੈ, ਵਿੱਚ 2-4 दिन का अगर कोई गैप मिले तो मिले, अदरवाइज लगातार उत्थे बारिश हो रही है। और न सिर्फ बारिश हो रही है बल्कि मूसलाधार बारिश जिन्हों असीं कहने हैगे आ ਉਹ ਉੱਥੇ ਸਿਚੁਏਸ਼ਨ ਬਣੀ ਹੋਈ ਹੈਗੀ ਹੈ। ਔਰ ਤੁਹਾਨੂੰ ਪਤਾ ਹੈਗਾ ਕਿ ਇੱਕ ਪਹਾੜੀ ਸਟੇਟ ਹੈ, ਹਿੱਲ ਸਟੇਟ ਹੈ, ਔਰ ਹਿੱਲ ਸਟੇਟ ਹੋਣ ਦੀ ਵਜ੍ਹਾ ਦੇ ਨਾਲ ਉਹਦੀਆਂ ਆਪਣੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਹੈਗੀਆਂ ਨੇ। ਪਹਾੜ ਖਿਸਕਣ ਦੀਆਂ, ਲੈਂਡਸਲਾਈਡ ਦੀਆਂ ਜਿਹੜੀਆਂ ਉੱਥੇ ਚੀਜ਼ਾਂ ਹੈਗੀਆਂ ਨੇ ਉਹ ਬਹੁਤ ਜ਼ਿਆਦਾ ਹੁੰਦੀਆਂ ਹੈਗੀਆਂ ਨੇ। ਤੇ ਇਸ ਵਾਰ ਵੀ ਹਿਮਾਚਲ ਪ੍ਰਦੇਸ਼ ਨੂੰ ਇਹ ਬੜੀ ਵੱਡੀ ਤਰਾਸਦੀ ਅਜੇ ਤੱਕ ਭੁਗਤਣੀ ਪਈ ਹੈਗੀ ਹੈ। ਜੋ ਜਾਣਕਾਰੀਆਂ ਸਾਡੇ ਕੋਲ ਆ ਚੁੱਕੀਆਂ ਹੈਗੀਆਂ ਨੇ, ਜੋ ਆંકੜੇ ਇਸ ਵਕਤ ਅਵੇਲੇਬਲ ਹੈਗੇ ਨੇ, ਉਹਨਾਂ ਦੇ ਹਿਸਾਬ ਨਾਲ ਸਰਕਾਰ ਦਾ ਜਿਹੜਾ ਦਾਵਾ ਹੈਗਾ ਉਹਨਾਂ ਦਾ ਕਹਿਣਾ ਹੈ ਕਿ 10,000 ਕਰੋੜ ਤੋਂ ਵੀ ਵੱਧ ਦਾ ਨੁਕਸਾਨ ਹਿਮਾਚਲ ਪ੍ਰਦੇਸ਼ ਵਿੱਚ ਹੋ ਚੁੱਕਿਆ ਹੈਗਾ। 300 ਤੋਂ ਵੱਧ ਲੋਕਾਂ ਦੀ ਉੱਥੇ ਜਾਨ ਜਾ ਚੁੱਕੀ ਹੈਗੀ ਹੈ ਬਾਰਿਸ਼ ਦੇ ਨਾਲ ਰਿਲੇਟਡ ਜਿਹੜੇ ਹਾਦਸੇ ਹੜ੍ਹਾਂ ਦੇ ਵਿੱਚ ਜਾਂ ਲੈਂਡਸਲਾਈਡ ਦੇ ਵਿੱਚ ਉਹਨਾਂ ਦੀ ਜਾਨ ਗਈ ਹੈਗੀ ਹੈ। ਉਹ ਤੁਹਾਨੂੰ ਇਹ ਜਾਣ ਕੇ ਹੈਰਾਨਗੀ ਹੋਏਗੀ ਕੋਈ 2216 ਘਰ ਜਿਹੜੇ ਨੇ ਉਹ ਬਿਲਕੁਲ ਤਬਾਹ ਹੋ ਗਏ ਨੇ ਜੀ ਇੱਕਦਮ, ਯਾਨੀ ਕਿ ਉਹਨਾਂ ਘਰਾਂ ਦਾ ਨਿਸ਼ਾਨ ਤੱਕ ਮਿਟ ਗਿਆ ਹੈਗਾ। ਤੁਸੀਂ ਆਪ ਇਹਨਾਂ ਦੇ ਵਿਜ਼ੂਅਲਸ ਵੀ ਤੁਸੀਂ ਦੇਖੇ ਹੋਣੇ ਨੇ, ਬਹੁਤ ਜ਼ਿਆਦਾ ਵਿਜ਼ੂਅਲਸ ਸੋਸ਼ਲ ਮੀਡੀਆ ਤੇ ਅਵੇਲੇਬਲ ਹੈਗੇ ਨੇ। ਇਸ ਤੋਂ ਇਲਾਵਾ ਕਰੀਬ 10,000 ਦੇ ਆਸ-ਪਾਸ ਘਰ ਐਸੇ ਹੈਗੇ ਨੇ ਜਿਨ੍ਹਾਂ ਨੂੰ
ਅੰਸ਼ਕ ਰੂਪ ਦੇ ਵਿੱਚ ਨੁਕਸਾਨ ਪਹੁੰਚਿਆ ਹੈਗਾ। ਤੇ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਹਾਲਾਤ ਬਹੁਤ ਜ਼ਿਆਦਾ ਖਰਾਬ ਰਹੇ, ਖਾਸ ਤੌਰ ਤੇ ਸ਼ਿਮਲਾ ਜਿਹੜੇ ਕਿ ਸੂਬੇ ਦੀ ਰਾਜਧਾਨੀ ਹੈਗੇ ਉੱਥੇ ਲੈਂਡਸਲਾਈਡ ਹੋਏ। ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਇੱਕ ਸ਼ਿਵ ਮੰਦਿਰ ਦੇ ਉੱਤੇ ਲੈਂਡਸਲਾਈਡ ਹੋਇਆ, ਜਿਹਦੇ ਥੱਲੇ ਮਲਬੇ ਦੇ ਵਿੱਚ 15-16 ਲੋਕ ਦਬ ਗਏ ਔਰ ਅਜੇ ਕੱਲ ਤੱਕ ਉਥੋਂ ਡੈਡ ਬੋਡੀਜ਼ ਜਿਹੜੀਆਂ ਸੀ ਮਿਲ ਰਹੀਆਂ ਸੀਗੀਆਂ। ਤੇ ਇਸ ਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਹਿਮਾਚਲ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਵਾਕਈ ਬੜੇ ਹੀ ਨਾਜ਼ੁਕ ਹੈਗੇ ਨੇ, ਤਫਸ਼ੀਸ਼ਨਾਕ ਹੈਗੇ ਨੇ ਔਰ ਉੱਥੇ ਸਰਕਾਰ ਵੱਲੋਂ ਜਿੱਥੋਂ ਤੱਕ ਰਾਹਤ ਦਾ ਸਵਾਲ ਹੈਗਾ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। NGOs ਔਰ ਬਾਕੀ ਜਿਵੇਂ ਤੁਸੀਂ ਦੱਸਿਆ ਜ਼ਿਆਦਾਤਰ ਤਾਂ ਕਿਉਂਕਿ ਸਰਕਾਰ ਦਾ ਜਿੰਨਾ ਕੰਮ ਹੁੰਦਾ ਉਹ ਉਨੀ ਸੁਸਤੀ ਨਾਲ ਵੀ ਹੁੰਦਾ, ਉਨੀ ਤੇਜ਼ ਗਤੀ ਨਾਲ ਨਹੀਂ ਹੁੰਦਾ ਜਿੰਨੀ ਜ਼ਰੂਰਤ ਹੁੰਦੀ ਹੈ, ਕਿਉਂਕਿ ਸਰਕਾਰ ਹਰ ਪਾਸੇ ਵੀ ਨਹੀਂ ਅਵੇਲੇਬਲ ਹੋ ਸਕਦੀ। ਸਰਕਾਰ ਆਪਣੇ ਤੌਰ ਤੇ ਉਹ ਇੱਕ ਵੱਖਰਾ ਵਿਸ਼ਾ ਹੈ ਕਿ ਆਪਣੇ ਤੌਰ ਤੇ ਸਰਕਾਰ ਯਤਨਸ਼ੀਲ ਰਹਿੰਦੀ ਹੈ, ਪਰ ਇਸ ਸਮੇਂ ਜ਼ਿਆਦਾ ਜ਼ਰੂਰਤ ਹੁੰਦੀ ਹੈ, ਬਹੁਤ ਤੇਜ਼ ਗਤੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹਦੇ ਵਿੱਚ ਫਿਰ ਜਿਹੜਾ ਲੋਕਲ ਲੋਕ ਹੁੰਦੇ ਨੇ ਜਾਂ ਪਿੰਡਾਂ ਵਾਲੇ ਲੋਕ ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਤੇ ਬਾਹਰੋਂ ਕੋਈ ਸਮਾਨ ਲੈ ਕੇ ਜਿਹੜੀਆਂ ਸੰਸਥਾਵਾਂ ਨੇ ਅਲੱਗ-ਅਲੱਗ ਜਿਹੜੀਆਂ ਸੰਗਤ ਦੀਆਂ ਸੰਸਥਾਵਾਂ ਨੇ ਉਹ ਲੈ ਕੇ ਜਾਂਦੀਆਂ ਨੇ ਸਮਾਨ, ਆਪਣਾ NGOs ਵਗੈਰਾ ਜਿਹੜੇ ਲੈ ਕੇ ਜਾਂਦੀਆਂ ਤੇ ਲੋਕਲ ਲੋਕ ਨੇ ਜਿਹੜੇ ਇੱਕ ਦੂਸਰੇ ਦੀ ਫਿਰ ਹੈਲਪ ਵੀ ਕਰਦੇ ਨੇ। ਤੇ ਜੇਕਰ ਗੱਲ ਕੀਤੀ ਜਾਵੇ ਹੁਣ ਵੀ ਜਿਹੜੇ ਹਾਲਾਤ ਨੇ ਉਹ ਬੜੇ ਨਾਜ਼ੁਕ ਬਣੇ ਹੋਏ ਨੇ ਤੇ ਮੌਸਮ ਵਿਭਾਗ ਦੀ ਕੀ ਅਪਡੇਟ ਹੈ ਜੀ ਹਿਮਾਚਲ ਬਾਰੇ ਇਸ ਵੇਲੇ? ਦੇਖੋ ਬਲ ਸਾਹਿਬ, ਅਸੀਂ ਜਦੋਂ ਹੁਣ ਇਸ ਵਕਤ ਗੱਲ ਕਰ ਰਹੇ ਹੈਗੇ ਆ, ਇਸ ਵਕਤ ਵੀ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ। शिमले ਦੇ ਦੀ ਖਬਰ ਸਾਨੂੰ ਮਿਲ ਰਹੀ ਹੈਗੀ ਕਿ ਉੱਥੇ ਇਸ ਵਕਤ ਬੜੀ ਤੇਜ਼ ਬਾਰਿਸ਼ ਹੋ ਰਹੀ ਹੈ ਔਰ 25 ਤਰੀਕ ਵਾਸਤੇ 25 ਤਰੀਕ ਤੱਕ ਇੱਕ ਵਾਰ ਫਿਰ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ। ਉਹਨਾਂ ਦਾ ਕਹਿਣਾ ਕਿ ਇਹਨਾਂ ਦਿਨਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਕੜੀ ਬਾਰਿਸ਼ ਹੋਏਗੀ ਔਰ ਈਵਨ ਕਿ ਬੱਦਲ ਫਟਣ ਦੇ ਜਿਹੜੇ ਇੰਸਟੈਂਟਸ ਪਹਿਲੇ ਵੀ ਹੋ ਚੁੱਕੇ ਨੇ ਉਹ ਦੁਬਾਰਾ ਫਿਰ ਹੋ ਸਕਦੇ ਹੈਗੇ ਨੇ। ਖਾਸ ਤੌਰ ਤੇ ਜਿਹੜੇ ਜ਼ਿਲ੍ਹੇ ਜਿਹਨਾਂ ਦੱਸਿਆ ਗਿਆ ਕਿ ਬਾਰਿਸ਼ ਬਹੁਤ ਜ਼ਿਆਦਾ ਹੋ ਸਕਦੀ ਹੈ ਉਹਨਾਂ 'ਚ ਸ਼ਿਮਲਾ ਤੇ ਚੰਬਾ, ਕੁੱਲੂ, ਮਨਾਲੀ, ਸਿਰਮੌਰ ਇਹ ਜਿਹੜੇ ਜ਼ਿਲ੍ਹੇ ਹੈਗੇ ਨੇ ਇਹ ਖਾਸ ਤੌਰ ਤੇ ਇਹਨਾਂ ਦੇ ਉੱਤੇ ਉਹਨਾਂ ਨੇ ਤਵੱਜੋ ਦਿੱਤੀ ਹੈ ਕਿ ਵੀ ਇੱਥੇ ਮੈਕਸਿਮਮ ਬਾਰਿਸ਼ ਹੋਏਗੀ। ਤੇ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਅਜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਪਦਾ ਜੇ ਟਲੀ ਨਹੀਂ, ਤਬਾਹੀ ਦਾ ਜਿਹੜਾ ਦੌਰ ਅਸੀਂ ਵੇਖ ਰਹੇ ਹੈਗੇ ਆ ਉਹ ਚੱਲ ਰਿਹਾ। ਔਰ ਖਾਸ ਤੌਰ ਤੇ ਉਹਦੇ ਨਾਲ ਇੱਕ ਹੋਰ ਗੱਲ ਹੋਏਗੀ ਕਿ ਜਿਹੜਾ ਰੈਸਕਿਊ ਆਪਰੇਸ਼ਨ ਇਸ ਵਕਤ ਚੱਲ ਰਹੇ ਨੇ, ਜਿਹੜੇ ਰਾਹਤ ਦਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਤਰ੍ਹਾਂ ਦੀ ਵਿਘਨ ਪਏਗਾ ਔਰ ਅਗਲੇ ਜਿਹੜੇ 3-4 ਦਿਨ ਹੈਗੇ ਨੇ ਉਹ ਬਹੁਤ ਜ਼ਿਆਦਾ ਕ੍ਰਿਟੀਕਲ ਤੁਸੀਂ ਕਹਿ ਸਕਦੇ ਹੈਗੇ ਉਹ ਹਿਮਾਚਲ ਪ੍ਰਦੇਸ਼ ਵਾਸਤੇ ਰਹਿਣ ਵਾਲੇ ਹੈਗੇ ਨੇ। ਔਰ ਜਿੱਥੋਂ ਤੱਕ ਆਪਾਂ ਰੈਸਕਿਊ ਦੀ ਗੱਲ ਕਰੀਏ, ਰੈਸਕਿਊ ਲਈ ਹਾਲਾਂਕਿ ਠੀਕ ਹੈ ਲੋਕਲ ਤੁਸੀਂ ਗੱਲ ਕੀਤੀ ਕਿ ਲੋਕਲ ਲੋਕ ਸਹਾਇਤਾ ਕਰਨ ਆਉਂਦੇ ਨੇ, ਲੇਕਿਨ ਇਹਦੇ ਵਾਸਤੇ ਖਾਸ ਤੌਰ ਤੇ ਪਹਾੜੀ ਸਟੇਟ ਜਿਵੇਂ ਹਿਮਾਚਲ ਹੈ ਉੱਥੇ ਐਕਸਪਰਟਿਜ਼ ਦੀ ਕਾਫੀ ਲੋੜ ਹੁੰਦੀ ਹੈਗੀ ਹੈ। ਇਸੇ ਕਰਕੇ ਸਾਡੇ ਕੋਲ NDRF ਔਰ ਹਿਮਾਚਲ ਦੀ ਆਪਣੀ ਵੀ ਸਟੇਟ ਡਿਜ਼ਾਸਟਰ ਰਿਲੀਫ ਫੋਰਸ ਵੀ ਹੈਗੀ ਹੈ, ਉਹ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਸੈਨਾ ਦੀ ਮਦਦ ਲਿੱਤੀ ਗਈ ਹੈ, ਫੌਜ ਦੀ ਮਦਦ ਲਿੱਤੀ ਗਈ ਹੈ, ਈਵਨ ਕਿ 에ਅਰ ਫੋਰਸ ਵੀ ਉੱਥੇ ਇਨਵੋਲਵ ਕੀਤੀ ਗਈ ਕਿਉਂਕਿ ਕਈ ਐਸੇ ਥਾਵਾਂ ਐਸੀਆਂ ਹੈਗੀਆਂ ਨੇ ਜਿੱਥੋਂ ਤੁਸੀਂ ਤੁਹਾਨੂੰ 에ਅਰ ਲਿਫਟ ਹੀ ਕਰਨਾ ਪੈਂਦਾ ਹੈਗਾ ਹਾਈਟ ਦੇ ਉੱਪਰ ਉਚਾਈ ਦੇ ਉੱਪਰ, ਔਰ ਉਹ ਕੰਮ ਹੋਇਆ ਵੀ ਹੈਗਾ। ਲੇਕਿਨ ਅਗਲੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਰੈਸਕਿਊ ਦੇ ਲਈ ਕਾਫੀ ਜ਼ਿਆਦਾ ਉੱਥੇ ਫੋਰਸਿਸ ਦੀ ਲੋੜ ਪਏਗੀ, ਕਾਫੀ ਜ਼ਿਆਦਾ ਐਕਸਪਰਟ ਲੋਕਾਂ ਦੀ ਲੋੜ ਪਏਗੀ ਤਾਂ ਹੀ ਉੱਥੇ ਹਾਲਾਤ ਜਿਹੜੇ ਨੇ ਉਹਨਾਂ ਨੂੰ ਕਾਬੂ 'ਚ ਕੀਤਾ ਜਾ ਸਕੇਗਾ। ਮੌਸਮ ਵਿਭਾਗ ਵੱਲੋਂ ਕੋਈ ਜਾਣਕਾਰੀ ਇਹੀ ਕਿ ਅਜਿਹੇ ਕੀ ਕਾਰਨ ਬਣੇ ਕਿ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਇੰਨੀ ਜ਼ਿਆਦਾ ਮੀਂਹ ਪੈਣ ਦੇ ਕੋਈ ਕਾਰਨ ਹੈ, ਅਜਿਹਾ ਕੋਈ ਸਾਹਮਣੇ ਆਇਆ ਅੰਕੜਾ ਜੀ? ਵੇਖੋ ਜੀ, ਵੈਸੇ ਤਾਂ ਇਸ ਵਾਰ ਕਿਹਾ ਜਾ ਰਿਹਾ ਸੀਗਾ ਕਿ ਮੌਸਮ ਵਿਭਾਗ ਵੱਲੋਂ ਕਿ ਇਸ ਵਾਰ ਜਿਹੜੀ ਨਾਰਮਲ ਤੋਂ ਬਾਰਿਸ਼ ਘੱਟ ਰਹੇਗੀ, ਲੇਕਿਨ ਕਈ ਥਾਵਾਂ ਖਾਸ ਤੌਰ ਤੇ ਔਰ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਇਹ ਗੱਲ ਭਾਰਤ ਦੇ ਕਾਫੀ ਹਿੱਸਿਆਂ ਦੇ ਵਿੱਚ ਗੱਲ ਠੀਕ ਵੀ ਹੈਗੀ ਹੈ ਕਿ ਬਾਰਿਸ਼ ਜਿਹੜੀ ਆ ਉਹ ਨਾਰਮਲ ਤੋਂ ਘੱਟ ਹੋਈ ਹੈਗੀ ਹੈ ਕਿ ਨਹੀਂ। ਲੇਕਿਨ ਹਿਮਾਚਲ ਪ੍ਰਦੇਸ਼ ਦੀ ਜਿਹੜੀ ਸਥਿਤੀ ਸੀਗੀ ਜਾਂ ਇਹਦੇ ਨਾਲ ਉੱਤਰਾਖੰਡ ਤੁਸੀਂ ਮਿਲਾ ਲਓ, ਉਹ ਸਥਿਤੀ ਕੁਝ ਥੋੜਾ ਡਿਫਰੈਂਟ ਸੀਗੀ। ਉਹ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਜਿਹੜੀ ਪਹਿਲੀਆਂ ਬਾਰਿਸ਼ਾਂ ਹੋਈਆਂ ਸੀਗੀਆਂ, ਜਦੋਂ ਜੁਲਾਈ 'ਚ ਬਾਰਿਸ਼ਾਂ ਹੋਈਆਂ ਸੀਗੀਆਂ, ਉਸ ਵਕਤ ਨਾ ਸਿਰਫ ਮੌਨਸੂਨ ਆ ਰਿਹਾ ਸੀਗਾ ਬਲਕਿ ਜਿਹੜੇ ਵੈਸਟਰਨ ਡਿਸਟਰਬੈਂਸਿਸ ਜਿਹੜੀਆਂ ਆਉਂਦੀਆਂ ਹੈਗੀਆਂ ਨੇ, ਜਿਹੜੀਆਂ ਭੂਮੱਧ ਸਾਗਰ ਤੋਂ ਆਉਂਦੀਆਂ ਹੈਗੀਆਂ ਨੇ ਭਾਰਤ ਦੇ ਵਿੱਚ, ਜ਼ਿਆਦਾਤਰ ਉਹ ਸਰਦੀਆਂ 'ਚ ਆਉਂਦੀਆਂ ਹੈਗੀਆਂ ਨੇ, ਲੇਕਿਨ ਉਹ ਵੀ ਇੱਕ ਵੈਸਟਰਨ ਡਿਸਟਰਬੈਂਸ ਵੀ ਉਧਰੋਂ ਸਾਈਕਲੋਨ ਚੱਕਰਵਾਤ ਆ ਰਿਹਾ ਸੀਗਾ, ਜਿਹਦੀ ਵਜ੍ਹਾ ਦੇ ਨਾਲ ਦੋਨੋਂ ਦਾ ਕਲੈਸ਼ ਹੋਇਆ ਔਰ ਇੱਕ ਬਹੁਤ ਜ਼ਿਆਦਾ ਬਾਰਿਸ਼ ਦਾ ਉੱਥੇ ਇਮਕਾਨਾਤ ਹੋਏ। ਇਸੇ ਤਰ੍ਹਾਂ ਹੁਣ ਵੀ ਜਿਹੜੇ ਬੱਦਲ ਹੈਗੇ ਨੇ ਉਹਨਾਂ ਦੀ ਵੀ ਜਿਹੜੀ ਫਲਾਈਟ ਉਹ ਇਸ ਤਰ੍ਹਾਂ ਦੀ ਹੈਗੀ ਹੈ ਕਿ ਵੀ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਬਾਰਿਸ਼ ਨਹੀਂ ਕਰ ਰਹੇ, ਉਹ
ਨਾਲ ਦੇ ਨਾਲ ਜਦੋਂ ਹਿਮਾਲਿਆ ਦੇ ਆਸ-ਪਾਸ ਪਹੁੰਚਦੇ ਹੈਗੇ ਨੇ ਤੇ ਉੱਥੇ ਉਹ ਜ਼ਿਆਦਾ ਬਾਰਿਸ਼ ਕਰ ਰਹੇ ਹੈਗੇ ਨੇ। ਤੇ ਇਹ ਬਾਕੀ ਇਹ ਐਕਸਪਰਟਸ ਦੀ ਗੱਲ ਹੈ, ਉਹ ਜੋ ਮੌਸਮ ਵਿਗਿਆਨੀ ਇਹਦੇ ਬਾਰੇ ਸਟੱਡੀ ਕਰ ਰਹੇ ਹੋਣਗੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਨਾਰਮਲ ਨਾਲੋਂ ਵੱਧ ਬਾਰਿਸ਼ ਹੋਈ ਹੈਗੀ ਹੈ ਔਰ ਉਸ ਦਾ ਖਾਮਿਆਜ਼ਾ ਤੁਸੀਂ ਦੇਖ ਰਹੇ ਹੋ ਕਿ ਤੇ ਜਿੱਥੇ ਹਿਮਾਚਲ ਦੇ ਵਿੱਚ ਜ਼ਿਆਦਾ ਮੀਂਹ ਪੈਣ ਕਰਕੇ ਪੰਜਾਬ ਨੂੰ ਨੁਕਸਾਨ ਪਹੁੰਚ ਰਿਹਾ ਹੈ, ਤੇ ਸੰਜੇ ਜੀ ਨੇ ਜਿਵੇਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 25 ਤੱਕ ਘੱਟੋ ਘੱਟ 25 ਤੱਕ ਅਲਟੀਮੇਟ ਦਿੱਤਾ ਹੋਇਆ ਕਿ ਮੀਂਹ ਜ਼ਿਆਦਾ ਜਿਹੜਾ ਬਹੁਤ ਜ਼ਿਆਦਾ ਤੇਜ਼ ਗਤੀ ਦੇ ਨਾਲ ਕਿਤੇ ਬੱਦਲ ਫਟਣ ਦੀ ਵੀ ਜਿਹੜੀ ਸੰਭਾਵਨਾ ਉਸ ਦੀ ਵੀ ਜਿਹੜੀ ਗੱਲ ਕੀਤੀ ਹੈ। ਜੇਕਰ ਗੱਲ ਕੀਤੀ ਜਾਵੇ ਹਾਲਾਤ ਜਿਹੜੇ ਬਣੇ ਹੋਏ ਨੇ, ਜ਼ਿਆਦਾਤਰ ਜਿਹੜਾ ਪਾਣੀ ਹੈ ਉਹ ਹਿਮਾਚਲ ਤੋਂ ਜ਼ਿਆਦਾ ਆਉਂਦਾ ਹੈ ਜੀ, ਤੇ ਭਾਖੜਾ ਡੈਮ ਤੇ ਪੌਂਗ ਡੈਮ, ਇਹਨਾਂ ਡੈਮਾਂ ਦੀ ਜੇਕਰ ਗੱਲ ਕੀਤੀ ਜਾਵੇ, ਪਾਣੀ ਜਦੋਂ ਜ਼ਿਆਦਾ ਮਾਤਰਾ ਦੇ ਵਿੱਚ ਆ ਜਾਂਦਾ ਹੈ ਤਾਂ ਜਿਹੜੇ ਫਲੱਡ ਗੇਟ ਨੇ, ਜਿਹੜੇ ਹੜ੍ਹ ਵਾਲੇ ਗੇਟ ਨੇ, ਉਹ ਖੋਲ੍ਹਣੇ ਪੈਂਦੇ ਨੇ, ਤੇ ਜਦੋਂ ਖੋਲ੍ਹ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਨੁਕਸਾਨ ਅਸੀਂ ਵੇਖ ਰਹੇ ਹਾਂ ਕਿ ਇੱਕਦਮ ਪਾਣੀ ਤੇਜ਼ ਗਤੀ ਦੇ ਵਿੱਚ 5 ਤੋਂ ਲੈ ਕੇ 10 ਫੁੱਟ ਤੱਕ ਆਉਂਦਾ, ਫਿਰ ਪਿੰਡਾਂ ਦੇ ਵਿੱਚ ਵੜਦਾ ਹੈ। ਤੇ ਇਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵੀ ਨੇ, ਕਿਉਂਕਿ ਕਈ ਥਾਵਾਂ ਦੇ ਉੱਪਰ ਤਾਂ ਜਿਹੜੇ ਸਤਲੁਜ ਦਰਿਆ ਹੈ, ਜੇ ਇਹਦੀ ਗੱਲ ਕੀਤੀ ਜਾਵੇ, ਇਹਦੇ ਵਿੱਚ ਕਈ ਥਾਵਾਂ ਤੇ ਡੈਮ ਜਿਹੜੇ ਪੱਕੇ ਵਧੀਆ ਬਣੇ ਹੋਏ ਨੇ, ਤੇ ਕਈ ਥਾਵਾਂ ਦੇ ਉੱਪਰ ਹਜੇ ਵੀ ਜ਼ਰੂਰਤ ਹੈ। ਪਤਾ ਨਹੀਂ ਇਹਦੇ 'ਚ ਕੀ ਹੈ ਕਿ ਸਰਕਾਰਾਂ ਅਵੇਸਲਾਪਣ ਦਿਖਾ ਦਿੰਦੀਆਂ ਨੇ। ਕਈ ਥਾਵਾਂ ਦੇ ਉੱਪਰ ਜਿੱਥੇ ਡੈਮ ਟੁੱਟਦੇ ਨੇ ਉੱਥੇ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਨਹੀਂ ਉਹਨਾਂ ਨੂੰ ਜਿਹੜੀ ਰਿਪੇਅਰ ਵਗੈਰਾ ਨਹੀਂ ਕੀਤੀ ਜਾਂਦੀ ਜਾਂ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹ ਹੋਣ ਦੇ ਕਾਰਨ ਫਿਰ ਲਗਾਤਾਰ ਨੁਕਸਾਨ ਹੁੰਦਾ ਹੈ। ਤੇ ਹੁਣ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ, ਤੁਹਾਡੇ ਕੋਲੋਂ ਵੀ ਜਾਣਕਾਰੀ ਲਵਾਂਗੇ ਕਿ ਪੰਜਾਬ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਮੋਗੇ ਵਾਲੀ ਸਾਈਡ ਜੇਕਰ ਗੱਲ ਕੀਤੀ ਜਾਵੇ ਉੱਧਰ ਵੀ ਬੁਰਾ ਹਾਲ ਹੈ। ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਉੱਧਰ ਵੀ ਬੁਰਾ ਹਾਲ ਹੈ। ਯਾਦ ਹੋਵੇਗਾ ਤੁਹਾਨੂੰ ਜੁਲਾਈ ਦੇ ਵਿੱਚ ਜਦੋਂ ਇਹ ਪਿਛਲੇ ਮਹੀਨੇ ਦੀ ਗੱਲ ਹੈ, ਸਿਰਫ ਇੱਕ ਮਹੀਨਾ ਤੇ ਮਹੀਨੇ ਤੋਂ ਥੋੜਾ ਜਿਹਾ ਸਮਾਂ ਉੱਪਰ ਹੋਇਆ, ਉਸ ਵੇਲੇ ਵੀ ਘੱਗਰ ਨੇ ਜਿਹੜੀ ਤਬਾਹੀ ਮਚਾਈ ਸੀ। ਪਹਿਲਾਂ ਸਤਲੁਜ ਨੇ ਤਬਾਹੀ ਮਚਾਈ। ਸਤਲੁਜ ਦੇ ਕੰਢੇ ਜਿਹੜੇ ਚਮਕੌਰ ਸਾਹਿਬ ਏਰੀਏ ਦੇ ਨਜ਼ਦੀਕ ਪਿੰਡ ਨੇ, ਕਿਉਂਕਿ ਉਸ ਵੇਲੇ ਜੁਲਾਈ ਦੇ ਵਿੱਚ ਤਾਂ ਇਹ ਸੀ ਕਿ ਹੁਣ ਪੰਜਾਬ ਦੇ ਵਿੱਚ ਇਹ ਇੱਕ ਚੰਗੀ ਗੱਲ ਹੈ ਕਿ ਅੱਜ ਭਾਵੇਂ ਮੀਂਹ ਪੈ ਰਿਹਾ ਹੈ ਪਰ ਇਸ ਵੇਲੇ ਮੀਂਹ ਨਹੀਂ ਪੈ ਰਿਹਾ। ਜੇਕਰ ਪੰਜਾਬ 'ਚ ਵੀ ਮੀਂਹ ਪੈਂਦਾ ਹਿਮਾਚਲ ਦੇ ਵਾਂਗ ਤਾਂ ਬਹੁਤ ਜ਼ਿਆਦਾ ਸਥਿਤੀ ਹੈ ਜਿਹੜੀ ਉਹ ਖਰਾਬ ਹੋਣ ਦੀ ਸੰਭਾਵਨਾਵਾਂ ਸਨ। ਤੇ ਪਰ ਫਿਰ ਵੀ ਜਿਹੜਾ ਪਹਿਲਾਂ ਹਿਮਾਚਲ ਤੋਂ ਆਏ ਪਾਣੀ ਨੇ, ਜਿਵੇਂ ਸਤਲੁਜ ਨੇ ਤਬਾਹੀ ਮਚਾਈ ਹੈ, ਉੱਧਰ ਘੱਗਰ ਨੇ ਜਿਹੜੀ ਤਬਾਹੀ ਮਚਾਈ ਆ, ਉਹ ਵੀ ਅਸੀਂ ਵੇਖ ਰਹੇ ਹਾਂ ਲਗਾਤਾਰ ਜਿਸ ਤਰ੍ਹਾਂ ਦੇ ਨੁਕਸਾਨ ਹੋ ਰਹੇ ਨੇ। ਘੱਗਰ ਦੇ ਵਿੱਚ ਇਸ ਵੇਲੇ ਸ਼ਾਂਤੀ ਜਿਹੜੀ ਬਣੀ ਹੋਈ ਹੈ ਪਾਣੀ ਦੀ, ਪਰ ਸਤਲੁਜ ਵਾਲੇ ਪਾਸੇ ਤੇ ਪੌਂਗ ਡੈਮ ਤੇ ਹਰੀਕੇ ਪੱਤਨ ਜਿਹੜਾ ਹੈੱਡ ਵਰਕਸ ਹੈ, ਪਰ ਹਰੀਕੇ ਪੱਤਨ ਤੋਂ ਇੱਕ ਅਪਡੇਟ ਆਈ ਹੈ ਜੀ ਕਿ ਉੱਥੋਂ 1,78,000 ਕਿਊਸਕ ਪਾਣੀ ਜਿਹੜਾ ਉਹ ਰਹਿ ਚੁੱਕਿਆ ਹੈ, ਤੇ ਉਹਦੇ ਨਾਲ ਇੱਕ ਚੰਗੀ ਗੱਲ ਹੈ। ਤੇ ਪਰ ਗੱਲ ਇਹ ਹੈ ਕਿ ਕਈ ਥਾਵਾਂ ਦੇ ਉੱਪਰ ਜਿੱਥੇ ਪਾਣੀ ਭਰ ਗਿਆ ਉੱਥੇ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਹੈ, ਹਾਲਾਤ ਬੜੇ ਖਰਾਬ ਹੋਏ ਨੇ, ਕਿਉਂਕਿ ਜਿਹੜੇ ਨੀਵੇਂ ਪੱਧਰ ਹੁੰਦਾ, ਪਾਣੀ ਜਦੋਂ ਤੇਜ਼ ਗਤੀ ਦੇ ਨਾਲ ਆਉਂਦਾ ਤਾਂ ਨੀਵੀਆਂ ਥਾਵਾਂ ਦੇ ਉੱਪਰ ਭਰ ਜਾਂਦਾ ਹੈ, ਤੇ ਉਹ ਘਰਾਂ ਦੇ ਵਿੱਚ ਵੀ ਖੜਾ ਰਹਿੰਦਾ। ਕਿਉਂਕਿ ਅਸੀਂ ਵੇਖਿਆ ਕਈ ਥਾਵਾਂ ਦੇ ਉੱਪਰ ਵੈਲ ਪਲੈਨਿੰਗ ਨਾ ਹੋਣ ਕਰਕੇ ਚੰਗੇ ਤਰੀਕੇ ਦੇ ਨਾਲ ਸਰਕਾਰ ਵੱਲੋਂ ਜਾਂ ਆਪਸੀ ਜਿਹੜੀ ਮਤਭੇਦ ਵੀ ਕਈ ਵਾਰ ਹੋ ਜਾਂਦੇ ਨੇ। ਕਈ ਥਾਵਾਂ ਦੇ ਉੱਪਰ ਅਸੀਂ ਵੇਖਿਆ ਕਿ ਜਿਹੜੇ ਸੀਵਰੇਜ ਦੇ ਪੈਪ ਉਚਾਈ ਤੇ ਚੱਕ ਕੇ ਲਾ ਦਿੱਤੇ ਜਾਂਦੇ ਨੇ, ਪਾਣੀ ਦੀ ਨਿਕਾਸੀ ਦੀ ਬੜੀ ਸਮੱਸਿਆ ਆ ਰਹੀ ਹੈ, ਉਹਦੇ ਕਰਕੇ ਪਾਣੀ ਕਈ ਥਾਵਾਂ ਦੇ ਉੱਪਰ ਖੜਾ ਹੈ। ਬਹੁਤ ਸਾਰੀਆਂ ਜਿਹੜੀਆਂ ਸਮੱਸਿਆ ਆ ਰਹੀਆਂ ਨੇ, ਤੇ ਪੰਜਾਬ ਦੀ ਅਪਡੇਟ ਤੁਹਾਡੇ ਕੋਲੋਂ ਲੈਣਾ ਚਾਹਾਂਗਾ ਕਿ ਇਸ ਵੇਲੇ ਜਿਹੜੇ ਹੜ੍ਹ ਦੀ ਸਥਿਤੀ ਹੈ, ਇਸ ਵੇਲੇ ਪੰਜਾਬ ਦੀ ਕੀ ਸਥਿਤੀ ਹੈ? ਪੰਜਾਬ ਵਿੱਚ ਤੁਸੀਂ ਬੜੀ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਬਲ ਸਾਹਿਬ, ਖਾਸ ਤੌਰ ਤੇ ਜਿਵੇਂ ਤੁਸੀਂ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹਾ ਔਰ ਕਪੂਰਥਲਾ ਖਾਸ ਤੌਰ ਤੇ, ਔਰ ਉਸ ਤੋਂ ਇਲਾਵਾ ਫਾਜ਼ਿਲਕਾ ਦੇ ਵਿੱਚ ਅਜੇ ਵੀ ਹਾਲਾਤ, ਕਿਉਂਕਿ ਪਾਣੀ ਹੁਣ ਉੱਪਰੋਂ ਇੱਕ ਵਾਰ ਛੱਡਿਆ ਜਾ ਚੁੱਕਿਆ ਹੈਗਾ ਔਰ ਪਾਣੀ ਅੱਗੇ ਜਾ ਕੇ ਕਿਉਂਕਿ ਪਾਣੀ ਦੀ ਜਿਹੜੀ ਫਲੋ ਹੈਗਾ ਉਹ ਘਟਦਾ ਚਲਾ ਜਾਂਦਾ ਹੈਗਾ, ਇਸ ਕਰਕੇ ਪਾਣੀ ਡਿਪੋਜ਼ਿਟ ਇੱਕ ਤਰ੍ਹਾਂ ਦਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਕਾਫੀ ਦੇਰ ਤੱਕ ਫਿਰ ਉੱਥੇ ਇਕੱਠਾ ਰਹਿੰਦਾ ਹੈਗਾ। ਔਰ ਉਸ ਦੀ ਵਜ੍ਹਾ ਤੁਸੀਂ ਚੰਗੀ ਤਰ੍ਹਾਂ ਐਕਸਪਲੇਨ ਕੀਤੀ ਕਿ ਵੀ ਦੋ ਜਿਹੜੇ ਡੈਮ ਹੈਗੇ ਨੇ ਇਹ ਬੇਸਿਕਲੀ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਵਾਸਤੇ ਹੈਗੇ ਨੇ, ਲੇਕਿਨ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਹੈਗੇ ਨੇ ਕਿ ਵੀ ਉਹਨਾਂ ਡੈਮਸ ਨੂੰ ਹੀ ਖਤਰਾ ਹੋ ਸਕਦਾ ਹੈਗਾ, ਤੇ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਇੱਕ ਡੇਂਜਰ ਮਾਰਕ ਰੱਖਿਆ ਗਿਆ ਹੈਗਾ। ਉਸ ਡੇਂਜਰ ਮਾਰਕ ਤੋਂ ਉੱਪਰ ਜਦੋਂ ਅਗਰ ਪਾਣੀ ਜਾਂਦਾ ਹੈਗਾ ਤੇ ਡੈਮ ਤੋਂ ਫਿਰ ਪਾਣੀ ਛੱਡ ਦਿੱਤਾ ਜਾਂਦਾ ਹੈਗਾ ਔਰ ਉਹ ਪਾਣੀ ਸਾਰਾ ਦਾ ਸਾਰਾ ਨਦੀ ਦੇ ਵਿੱਚ ਛੱਡਿਆ ਜਾਂਦਾ ਹੈਗਾ, ਉਸ ਨੂੰ ਨਹਿਰ ਦੇ ਵਿੱਚ, ਕਿਉਂਕਿ ਨਹਿਰ ਦੀ ਤਾਂ ਕਪੈਸਿਟੀ ਪਹਿਲਾਂ ਹੀ ਇੱਕ ਲਿਮਿਟਿਡ ਕਪੈਸਿਟੀ ਹੁੰਦੀ ਹੈ, ਉਸ ਤੋਂ ਉਹਦੇ ਵਿੱਚ ਨਹੀਂ ਛੱਡਿਆ ਜਾਂਦਾ, ਨਦੀ ਦੇ ਵਿੱਚ ਉਸ ਪਾਣੀ ਨੂੰ ਛੱਡਿਆ ਜਾਂਦਾ ਹੈਗਾ, ਜਿਹਦੀ ਵਜ੍ਹਾ ਦੇ ਨਾਲ
ਇਹ ਪਹਿਲੇ ਵੀ ਪੰਜਾਬ ਦੇ ਵਿੱਚ ਇਹ ਹਾਲਾਤ ਬਣਦੇ ਜੇਕਰ ਰਹੇ ਗੱਲ ਹੈਗੇ ਕੀਤੀ ਨੇ। ਜਾਵੇ ਪਿਛਲੇ ਸਮੇਂ ਦੀ 19 ਚ ਵੀ ਜਿਹੜਾ ਅਸੀਂ ਦੇਖਿਆ ਸਤਲੁਜ ਦੀ ਥੋੜੀ ਬਹੁਤੀ ਤਬਾਹੀ ਹੋਈ ਹੈ। ਸਤਲੁਜ ਨੇ ਜਿਹੜੀ ਮਾਰ ਕੀਤੀ ਸੀ ਲਾਗ ਵਾਲੇ ਪਿੰਡਾਂ ਜਿਹੜੇ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦੇ, ਅਨੰਦਪੁਰ ਸਾਹਿਬ ਦੇ ਵਿੱਚ ਪੈਂਦੇ ਨੇ, ਉੱਥੇ ਹੋਇਆ। ਉਸ ਤੋਂ ਪਹਿਲਾਂ ਜੇ ਅਸੀਂ ਪਿੱਛੇ ਚੱਲੀਏ 1993 ਦੇ ਵਿੱਚ ਜਿਹੜੇ ਬਹੁਤ ਭਾਰੀ ਹੜ੍ਹ ਆਏ ਸਨ, ਲਗਭਗ ਸਾਰਾ ਹੀ ਪੰਜਾਬ ਇੱਕ ਤਰ੍ਹਾਂ ਦਾ ਡੁੱਬ ਚੁੱਕਿਆ ਸੀ। ਉਸ ਤੋਂ ਪਹਿਲਾਂ 88 ਦੇ ਵਿੱਚ ਗੱਲ ਕੀਤੀ ਜਾਵੇ ਤੇ ਹੁਣ ਬੜੇ ਜ਼ਬਰਦਸਤ 93 ਵਾਲੇ ਜਿਹੜੇ ਹਾਲਾਤ ਨੇ ਉਹ ਹੁਣ ਪੰਜਾਬ ਦੇ ਵਿੱਚ ਮੁੜ ਇੰਨੇ ਸਾਲਾਂ ਬਾਅਦ, ਲਗਭਗ 30 ਸਾਲ ਬਾਅਦ ਅਸੀਂ ਕਹਿ ਸਕਦੇ ਹਾਂ ਉਹ ਵੇਖਣ ਨੂੰ ਮਿਲੇ ਨੇ। ਪਰ ਸਵਾਲ ਇੱਥੇ ਸੰਜੇ ਮਲਹੋਤਰਾ ਜੀ ਆਪ ਜੀ ਤੋਂ ਇਹ ਲੈਵਾਂਗੇ ਕਿ ਆਪ ਜੀ ਨੇ ਵੀ ਸਾਰਾ ਕੁਝ ਵੇਖਿਆ ਤੇ ਸਵਾਲ ਇਹ ਵੱਡਾ ਨਿਕਲਦਾ ਕਿ 30 ਸਾਲ ਦੇ ਵਿੱਚ ਉਹੀ ਹਾਲਾਤ ਨੇ, ਜਿਉਂ ਦੀ ਤਿਉਂ ਸਥਿਤੀ ਆ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ ਨੇ ਤੇ ਪ੍ਰਸ਼ਾਸਨ ਵੀ ਆਇਆ, ਪ੍ਰਸ਼ਾਸਨ ਵੀ ਗਿਆ, ਕਈ ਅਧਿਕਾਰੀ ਰਿਟਾਇਰ ਵੀ ਹੋ ਚੁੱਕੇ ਨੇ, ਪਰ ਸਥਿਤੀ ਜਿਉਂ ਦੀ ਤਿਉਂ ਆ। ਇਸ ਦੇ ਉੱਪਰ ਕੀ ਕਮੈਂਟ ਕਰਨਾ ਚਾਹੋਗੇ? ਜੀ ਬਿਲਕੁਲ, ਇਹ ਸਾਡੇ ਬੜੀ ਤਰਾਸਦੀ ਕਹਿ ਸਕਦੇ ਹਾਂ, ਬਦਕਿਸਮਤੀ ਕਹਿ ਸਕਦੇ ਹਾਂ ਕਿ ਇਹੋ ਜਿਹੀਆਂ ਜਿਹੜੀਆਂ ਦਿੱਕਤਾਂ ਹੈਗੀਆਂ ਨੇ ਇਹਨਾਂ ਦੇ ਸੋਲੂਸ਼ਨਸ ਬਹੁਤ ਪਹਿਲਾਂ ਲੱਭ ਲਿੱਤੇ ਜਾਣੇ ਚਾਹੀਦੇ ਸੀਗੇ। ਲੇਕਿਨ ਔਰ ਐਸੀ ਗੱਲ ਵੀ ਨਹੀਂ ਹੈ ਕਿ ਇਹਨਾਂ ਦੇ ਸੋਲੂਸ਼ਨਸ ਅਵੇਲੇਬਲ ਨਾ ਹੋਣ, ਲੋਕਾਂ ਨੂੰ ਪਤਾ ਨਾ ਹੋਣ ਕੀ ਸਮਾਧਾਨ ਹੈਗੇ ਨੇ। ਇਹਦੇ ਸਮਾਧਾਨ ਹੈਗੇ ਨੇ ਲੇਕਿਨ ਉਹਦੇ ਉੱਤੇ ਕੰਮ ਨਹੀਂ ਹੁੰਦਾ। ਕਾਫੀ ਇਨਵੈਸਟਮੈਂਟ ਦੀ ਜ਼ਰੂਰਤ ਹੈਗੀ ਹੈ। ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਕਿ ਜਿਹੜੇ ਬੰਦ ਹੈਗੇ ਨੇ, ਜਿਹੜੇ ਡੈਮ ਹੈਗੇ ਨੇ, ਇਹਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਇਹਨਾਂ ਦੀ ਡਿਜ਼ਾਈਨਿੰਗ ਦੇ ਵਿੱਚ ਇਹਨਾਂ ਦੀ ਡਿਜ਼ਾਈਨਿੰਗ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਇਸ ਤੋਂ ਇਲਾਵਾ ਮਾਈਨਿੰਗ ਦਾ ਵੀ ਇੱਕ ਫੈਕਟਰ ਰਹਿੰਦਾ ਹੈਗਾ ਵੇ। ਨਦੀਆਂ ਦੇ ਵਿੱਚ ਮਾਈਨਿੰਗ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ, ਇਸ ਨੂੰ ਲੈ ਕੇ ਵੀ ਐਕਸਪਰਟਸ ਦੀ ਜਿਹੜੀ ਰਾਏ ਆ ਉਹ ਅਲੱਗ-ਅਲੱਗ ਹੈਗੀ ਹੈ। ਕਈਆਂ ਦਾ ਕਹਿਣਾ ਹੈਗਾ ਕਿ ਮਾਈਨਿੰਗ ਜਿਹੜੀ ਆ ਉਹ ਜ਼ਰੂਰੀ ਹੈ ਔਰ ਜਿਹਦੀ ਵਜ੍ਹਾ ਦੇ ਨਾਲ ਨਦੀਆਂ ਦੇ ਵਿੱਚ ਪਾਣੀ ਜਿਹੜਾ ਉਹ ਕਿਨਾਰੇ ਤੋੜ ਕੇ ਬਾਹਰ ਨਹੀਂ ਜਾਂਦਾ, ਨਦੀ ਦੇ ਵਿੱਚ ਹੀ ਉਹ ਰਹਿੰਦਾ ਹੈਗਾ। ਲੇਕਿਨ ਕੁਝ ਲੋਕ ਕਹਿੰਦੇ ਨੇ ਕਿ ਮਾਈਨਿੰਗ ਦੀ ਵਜ੍ਹਾ ਦੇ ਨਾਲ ਹੀ ਨਦੀਆਂ ਜਿਹੜੀਆਂ ਉਹ ਰਸਤੇ ਆਪਣੇ ਬਦਲ ਰਹੀਆਂ ਹੈਗੀਆਂ ਨੇ, ਪਿੰਡਾਂ ਦੇ ਵਿੱਚ ਪਾਣੀ ਵੜ ਰਿਹਾ ਹੈਗਾ, ਖੇਤਾਂ ਦੇ ਵਿੱਚ ਪਾਣੀ ਵੜ ਰਿਹਾ ਹੈਗਾ। ਤੇ ਇਸ ਕਰਕੇ ਇਸ ਦੇ ਉੱਤੇ ਕਾਫੀ ਮੈਂ ਸਮਝਦਾ ਕਿ ਇਸ ਪੂਰੇ ਇਸ਼ੂ ਨੂੰ ਹੋਲਿਸਟਿਕਲੀ ਦੇਖਣ ਦੀ ਜ਼ਰੂਰਤ ਹੈਗੀ ਹੈ। ਇਹਦੇ ਉੱਤੇ ਪੂਰੀ ਆਪਣਾ ਮਨਸੂਬਾਬੰਦੀ ਹੋਣੀ ਚਾਹੀਦੀ ਹੈਗੀ ਹੈ, ਬਕਾਇਦਾ ਮਨਸੂਬਾਬੰਦੀ ਦੇ ਨਾਲ ਇਹਦੇ ਉੱਤੇ ਕੰਮ ਹੋਣਾ ਚਾਹੀਦਾ ਹੈ। ਔਰ ਜਿੰਨੇ ਵੀ ਅਸੀਂ ਉੱਥੇ ਮੈਜਰਸ ਕਰ ਸਕਦੇ ਹਾਂ, ਉਪਰਾਲੇ ਕਰ ਸਕਦੇ ਹਾਂ, ਉਹ ਸਾਨੂੰ ਕਰਨੇ ਚਾਹੀਦੇ ਹੈਗੇ ਨੇ। ਔਰ ਖਾਸ ਤੌਰ ਤੇ ਆਪਾਂ ਕੀ ਕਰਦੇ ਹਾਂ ਕਿ ਜਦੋਂ ਬਾੜ ਆ ਜਾਂਦੀ ਹੈ, ਜਦੋਂ ਸਿਚੁਏਸ਼ਨ ਬਣ ਜਾਂਦੀ ਹੈ, ਉਸ ਤੋਂ ਬਾਅਦ ਰਿਐਕਟ ਕਰਦੇ ਹਾਂ। ਜਦਕਿ ਜ਼ਰੂਰੀ ਇਹ ਹੈ ਕਿ ਵੀ ਉਸ ਤੋਂ ਪਹਿਲੇ ਥੈਂਕ ਟੈਂਕ ਚਾਹੀਦੇ ਹਨ। ਹਾਂ, ਉਸ ਤੋਂ ਪਹਿਲੇ ਯਾਨੀ ਕਿ ਤੁਸੀਂ ਉਹਦੇ ਵਾਸਤੇ ਪਹਿਲੇ ਹੀ ਪ੍ਰਿਪੇਅਰ ਰਹੋ, ਉਦਾਂ ਦੀ ਸਿਚੁਏਸ਼ਨ ਵਾਸਤੇ। ਪਹਿਲੇ ਹੀ ਉੱਥੋਂ ਦੀ ਜਿਹੜੀਆਂ ਸਫਾਈਆਂ ਹੈਗੀਆਂ ਨੇ ਉਹ ਸਫਾਈਆਂ ਅੱਛੀ ਤਰ੍ਹਾਂ ਹੋ ਸਕਣ, ਰਸਤੇ ਠੀਕ ਹੋ ਸਕਣ, ਬੰਦ ਮਜ਼ਬੂਤ ਹੋ ਸਕਣ। ਇਹ ਚੀਜ਼ਾਂ ਜਿਹੜੀਆਂ ਸਰਵੇ ਪਹਿਲਾਂ ਕਰ ਲੈਣੇ ਚਾਹੀਦੇ ਨੇ। ਜਦੋਂ ਪਤਾ ਕਿ ਬਰਸਾਤ ਆ ਰਹੀ ਹੈ ਉਸ ਤੋਂ ਪਹਿਲਾਂ ਸਰਵੇ ਹੋਣੇ ਬੜੇ ਜ਼ਰੂਰੀ ਨੇ। ਯਾਨੀ ਕਿ ਇਹ ਫਰਵਰੀ ਮਾਰਚ ਤੋਂ ਇਹ ਕੰਮ ਸ਼ੁਰੂ ਹੋ ਜਾਂਦਾ ਹੈਗਾ, ਵੈਸੇ ਹੋ ਜਾਣਾ ਚਾਹੀਦਾ ਹੈਗਾ। ਹੁਣ ਗਰਾਊਂਡ ਸਿਚੁਏਸ਼ਨ ਕੀ ਹੈਗੀ ਹੈ ਇਹ ਤੁਸੀਂ ਬਿਹਤਰ ਦੱਸ ਸਕਦੇ ਹੈਗੇ ਹੋ। ਕਿਆ ਉੱਥੇ ਲੋਕੀ ਆਉਂਦੇ ਹੈਗੇ ਨੇ, ਕੰਮ ਕਰਦੇ ਹੈਗੇ ਜਾਂ ਨਹੀਂ ਕਰਦੇ? ਤੇ ਕਈ ਥਾਵਾਂ ਦੇ ਉੱਪਰ ਅਸੀਂ ਦੇਖਿਆ ਸੰਜੇ ਜੀ, ਜਦੋਂ ਅਸੀਂ ਗਏ ਤਾਂ ਰੋਪੜ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਅਸੀਂ ਵੇਖਿਆ ਕਿ ਪਾਣੀ ਨਿਕਾਸੀ ਲਈ ਸਰਕਾਰਾਂ ਵੱਲੋਂ ਪਾਈਪ ਪਹਿਲਾਂ ਦੱਬੇ ਗਏ ਨੇ, ਪਰ ਉਹ ਪਾਈਪਾਂ ਦੀ ਸਫਾਈ ਨਾ ਹੋਣ ਕਾਰਨ ਵੀ ਕਈ ਪਿੰਡਾਂ ਨੂੰ ਨੁਕਸਾਨ ਪਹੁੰਚਿਆ। 2-3 ਪਿੰਡ ਅਸੀਂ ਦੇਖਿਆ ਗਰਾਊਂਡ ਜ਼ੀਰੋ ਦੇ ਵਿੱਚ ਵੀ ਅਸੀਂ ਦੇਖਿਆ ਜਾ ਕੇ ਕਿ ਉਹ ਸਿਰਫ ਉੱਥੇ ਇੰਨਾ ਸੀ ਕਿ ਪਾਈਪ ਨੇ ਜਿਹੜੇ ਉਹ ਸਪਲਾਈ ਨਹੀਂ ਜਾ ਰਹੀ, ਉਹਦੇ ਵਿੱਚ ਘਾਹ ਜੰਮਿਆ ਹੋਇਆ, ਉਹਦੇ ਵਿੱਚ ਮਿੱਟੀ ਜਮੀ ਹੋਈ ਹੈ। ਉਹ ਫਿਰ ਜਦੋਂ ਪਾਈਪ ਖੋਲੇ ਗਏ ਬੜੀ ਮੁਸ਼ਕਿਲ ਦੇ ਨਾਲ, ਕਿਉਂਕਿ ਇੰਨੇ ਪਾਣੀ ਦੇ ਵਿੱਚ ਪਾਈਪ ਖੋਲਣੇ ਵੀ ਬੜੇ ਮੁਸ਼ਕਿਲ ਹੁੰਦੇ ਨੇ। ਕੁਝ ਪਿੰਡਾਂ ਦਾ ਤਾਂ ਨੁਕਸਾਨ ਇਸ ਕਰਕੇ ਹੋਇਆ। ਚਲੋ ਮੰਨਿਆ ਕਿ ਜਿਹੜੇ ਸਤਲੁਜ ਦੇ ਕੰਢੇ ਨੇ ਜਾਂ ਦਰਿਆਵਾਂ ਦੇ ਕੰਢੇ ਪਿੰਡ ਨੇ ਉਹਨਾਂ ਦਾ ਨੁਕਸਾਨ ਹੋਣਾ ਸੁਭਾਵਿਕ ਹੈ, ਪਰ ਕੁਝ ਜਿਹੜੇ ਨੁਕਸਾਨ ਹੋਏ ਨੇ ਉਹ ਗੈਰ ਕੁਦਰਤੀ ਤਰੀਕੇ ਦੇ ਨਾਲ ਹੋਇਆ। ਕਿਉਂਕਿ ਜਦੋਂ ਮੀਂਹ ਦੇ ਪਾਣੀ ਕਾਰਨ ਕਈ ਇਲਾਕੇ ਪੰਜਾਬ ਦੇ ਵਿੱਚ ਅਸੀਂ ਵੇਖਿਆ ਕਿ ਜਿਵੇਂ ਹੁਣ ਸ਼ਹਿਰਾਂ ਦੀ ਵੀ ਗੱਲ ਕਰ ਲਈਏ, ਸ਼ਹਿਰਾਂ ਦੇ ਜਦੋਂ ਵਸੋਂ ਵੱਧ ਰਹੀ ਹੈ ਲਗਾਤਾਰ, ਉਹ ਪਲੈਨਿੰਗ ਨਹੀਂ ਹੈਗੀ, ਸੀਵਰੇਜ ਦੀ ਬੜੀ ਸਮੱਸਿਆ ਆ ਰਹੀ ਹੈ। ਤੇ ਕਈ ਸ਼ਹਿਰਾਂ ਦੇ ਵਿੱਚ ਅਸੀਂ ਵੇਖਿਆ ਕਿ ਥੋੜਾ ਜਿਹਾ ਪਾਣੀ ਪੈਂਦਾ ਨਹੀਂ ਕਿ ਉਹ ਜਲ ਥਲ ਸਾਰਾ ਹੋ ਜਾਂਦਾ। ਬਲ ਸਾਹਿਬ ਕੀ ਹੈ ਕਿ ਹੜ੍ਹ ਇੱਕ ਪ੍ਰੋਬਲਮ ਹੈ, ਵਾਟਰ ਲੌਗਿੰਗ ਦੂਜੀ ਪ੍ਰੋਬਲਮ ਹੈ। ਹੜ੍ਹ ਜਿਹੜੀ ਹੈ ਉਹ ਕੁਦਰਤੀ ਹੈ, ਉਸ ਨੂੰ ਤੁਸੀਂ ਉਹਦੇ ਬਾਰੇ ਜ਼ਿਆਦਾ ਨਹੀਂ ਕਰ ਸਕਦੇ। ਪਾਣੀ ਜਦੋਂ ਆਏਗਾ ਨਦੀ ਤੇ ਆਏਗਾ ਤੁਹਾਨੂੰ ਝੇਲਣਾ ਪਏਗਾ। ਲੇਕਿਨ ਵਾਟਰ ਲੌਗਿੰਗ ਐਸੀ ਪ੍ਰੋਬਲਮ ਹੈ ਜਿਸ ਦਾ ਅਸੀਂ ਸੋਲੂਸ਼ਨ ਕੱਢ ਸਕਦੇ ਹੈਗੇ। ਉਹਦਾ ਤੁਸੀਂ ਠੀਕ ਦੱਸਿਆ ਕਿ ਵਾਟਰ ਲੌਗਿੰਗ ਇਸ ਕਰਕੇ ਹੁੰਦੀ ਹੈ ਕਿਉਂਕਿ ਅਸੀਂ ਪ੍ਰੋਪਰ ਡਰੇਨੇਜ ਸਿਸਟਮ ਨਹੀਂ ਬਣਾਉਂਦੇ। ਡਰੇਨੇਜ ਸਿਸਟਮ ਜੇ ਬਣੇ ਹੋਏ ਨੇ ਤੇ ਉਹਨਾਂ ਦੀ ਕੋਈ ਰੱਖ ਰਖਾਵ ਨਹੀਂ ਹੈਗੀ, ਹੈਗੇ ਨਹੀਂ, ਔਰ ਇਸ ਚੀਜ਼ ਨੂੰ ਨਹੀਂ ਦੇਖਿਆ ਜਾਂਦਾ, ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈਗਾ। ਹਾਂਜੀ, ਇਹਦੀ ਵਜ੍ਹਾ ਦੇ ਨਾਲ ਵਾਟਰ ਲੌਗਿੰਗ ਜਿਹੜੀ ਹੈ, ਅੱਛਾ ਅਨਪਲੈਨਡ ਕੰਸਟਰਕਸ਼ਨ ਹੋ ਰਹੀ ਹੈਗੀ ਹੈ, ਠੀਕ ਹੈ ਨਹੀਂ, ਜਿਹਦੀ ਵਜ੍ਹਾ ਨਾਲ ਇਹ ਸਾਰੀਆਂ ਦਿੱਕਤਾਂ ਆ ਰਹੀਆਂ। ਜਦੋਂ ਅਨਪਲੈਨਡ ਕੰਸਟਰਕਸ਼ਨ ਹੋਏਗੀ, ਉੱਥੇ ਸੀਵਰੇਜ ਲਾਈਨ ਹੈ ਹੀ ਨਹੀਂ ਜਾਂ ਸਟਾਰਮ ਡਰੇਨੇਜ ਵਾਟਰ ਹੈ ਹੀ ਨਹੀਂ, ਡਰੇਨੇਜ
ਸਿਸਟਮ ਹੈ ਹੀ ਨਹੀਂ ਤੇ ਉੱਥੇ ਨਿਸ਼ਚਿਤ ਤੌਰ ਤੇ ਫਿਰ ਇਸੇ ਤਰ੍ਹਾਂ ਦੀਆਂ ਦਿੱਕਤਾਂ ਸਮੱਸਿਆਵਾਂ ਆਉਣਗੀਆਂ। ਇਸ ਕਰਕੇ ਇਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਜਿੱਥੇ ਅਸੀਂ ਦੇਖਿਆ ਹੁਣ ਲਗਾਤਾਰ ਜਿਹੜੀ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਦੇਖਿਆ ਕਿ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਲੰਗਰ ਹੈ ਜਿਹੜਾ, ਕਿਉਂਕਿ ਹਾਲਾਤ ਇੰਨੇ ਮਾੜੇ ਨੇ ਕਿ ਘਰਾਂ 'ਚ ਲਾਈਟਾਂ ਜਿਹੜੀ ਚਲੀ ਗਈ ਹੈ ਮਲਹੋਤਰਾ ਜੀ, ਅਸੀਂ ਜਦੋਂ ਗਰਾਊਂਡ ਜ਼ੀਰੋ ਤੇ ਜਾ ਕੇ ਵੇਖਦੇ ਹਾਂ ਲਾਈਟ ਬੰਦ ਆ ਘਰਾਂ ਦੇ ਵਿੱਚ, ਪਾਣੀ ਹੈ ਜਿਹੜਾ ਉਹਨਾਂ ਦਾ ਕਨੈਕਸ਼ਨ ਬਾਹਰ ਟੁੱਟ ਚੁੱਕਿਆ ਹੈ ਪਾਣੀ ਕਰਕੇ, ਜਿਹੜਾ ਘਰਾਂ ਦਾ ਕਨੈਕਸ਼ਨ ਹੈ ਕਈ ਪਿੰਡ ਜਿਹੜੇ ਡੁੱਬੇ ਹੋਏ ਨੇ। ਤੇ ਪਾਕਿਸਤਾਨ ਵਾਲੇ ਬਾਰਡਰ ਤੇ ਵੀ ਅਸੀਂ ਵੇਖਿਆ ਕਿ ਉਹ ਕੰਡਾ ਤਾਰ ਵੀ ਜਿਹੜੀ ਡੁੱਬ ਚੁੱਕੀ ਹੈ ਸਾਰੀ, ਪਾਣੀ ਦੇ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ। ਤਾਂ ਰਸਦ ਜਿਹੜੀ ਪਹੁੰਚ ਰਹੀ ਆ, ਜਿਹੜੀਆਂ ਸੰਸਥਾਵਾਂ ਨੇ ਸਭਨਾਂ ਦੇ ਸਹਿਯੋਗ ਦੇ ਨਾਲ ਸਾਰਾ ਚੱਲ ਰਿਹਾ ਹੈ। ਤਾਂ ਵੱਡੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਜਦੋਂ ਪਾਣੀ ਹੁਣ ਹੌਲੀ ਹੌਲੀ ਨਿਕਲ ਜਾਵੇਗਾ, ਪੰਪਾਂ ਦੀ ਸਹਾਇਤਾ ਦੇ ਨਾਲ ਵੀ ਸੰਸਥਾਵਾਂ ਦੇ ਵੱਲੋਂ ਪਾਣੀ ਜਿਹੜਾ ਕੱਢਿਆ ਜਾ ਰਿਹਾ ਲਗਾਤਾਰ, ਵੱਖ-ਵੱਖ ਸੰਸਥਾਵਾਂ ਜਿਹੜੀਆਂ ਪੂਰਾ ਸਹਿਯੋਗ ਦੇ ਰਹੀਆਂ ਇਹਦੇ ਵਿੱਚ। ਉਸ ਤੋਂ ਬਾਅਦ ਪਰ ਗੱਲ ਇਹ ਹੈ ਕਿ ਸਾਰਾ ਕੁਝ ਜਦੋਂ ਸੈਟਿੰਗ ਹੋ ਜਾਵੇਗੀ, ਨੁਕਸਾਨ ਦੀ ਭਰਪਾਈ ਬੜੀ ਮੁਸ਼ਕਿਲ ਹੈ ਜਿਨ੍ਹਾਂ ਦੀ ਹੋਵੇਗੀ। ਸਾਨੂੰ ਲੋੜ ਹੈ ਕਿ ਜਿਨ੍ਹਾਂ ਲੋਕਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਆਰਥਿਕ ਤੌਰ ਤੇ ਬੜੀ ਜ਼ਿਆਦਾ ਮਦਦ ਦੀ ਲੋੜ ਹੈ, ਕਿਉਂਕਿ ਅਸੀਂ ਦੇਖਿਆ ਕਿ ਇੱਕ ਮਜ਼ਦੂਰ ਜਿਹੜਾ ਇੱਕ ਦਿਹਾੜੀ ਕਰਕੇ ਆਪਣਾ ਪਰਿਵਾਰ ਚਲਾਉਂਦਾ, ਆਪਣੇ ਘਰ ਦੀਆਂ ਮੁੱਢਲੀਆਂ ਵਸਤੂਆਂ ਜਿਹਦੇ ਵਿੱਚ ਤੁਸੀਂ ਟੈਲੀਵਿਜ਼ਨ ਲਾ ਲਓ, ਫ੍ਰਿਜ ਲਾ ਲਓ, ਬੈਠਣ ਲਈ ਸੋਫਾ ਲਾ ਲਓ ਜਾਂ ਪੇਟੀਆਂ ਅਲਮਾਰੀਆਂ ਦੀ ਗੱਲ ਕਰ ਲਓ, ਉਹ ਜਦੋਂ ਮਿਹਨਤ ਦੇ ਨਾਲ ਕੀਤਾ ਹੋਇਆ ਇਕੱਠਾ ਸਮਾਨ ਸਾਰਾ ਪਾਣੀ ਦੇ ਨਾਲ ਖਰਾਬ ਹੋ ਜਾਂਦਾ, ਕਿਉਂਕਿ ਪਾਣੀ ਇੰਨਾ ਗੰਦਾ ਹੁੰਦਾ, ਇੰਨਾ ਖਤਰਨਾਕ ਹੁੰਦਾ ਕਿ ਜਿਸ ਚੀਜ਼ ਦੇ ਟੱਚ ਵਿੱਚ ਚਲੇ ਜਾਵੇ ਉਹ ਚੀਜ਼ ਵਰਤਨਯੋਗ ਨਹੀਂ ਰਹਿੰਦੀ, ਉਹ ਪੂਰੀ ਤਰ੍ਹਾਂ ਬਰਬਾਦ ਤੇ ਤਬਾਹ ਹੋ ਜਾਂਦੀ ਹੈ। ਤੇ ਇਸ ਵੇਲੇ ਅਸੀਂ ਅਪੀਲ ਇਹੀ ਕਰਦੇ ਹਾਂ ਤੁਹਾਡੇ ਕੋਲੋਂ ਵੀ, ਅਸੀਂ ਇਹ ਅਪੀਲ ਜਾਣਨਾ ਚਾਹਾਂਗੇ ਕਿ ਤੁਸੀਂ ਦਰਸ਼ਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਜਿਹੜੇ ਲੋਕ ਇਸ ਵੇਲੇ ਮੁਸੀਬਤ ਦੇ ਵਿੱਚ ਫਸੇ ਹੋਏ ਨੇ, ਜਿਹੜੇ ਲੋਕ ਇਸ ਮੁਸੀਬਤ ਤੋਂ ਬਾਅਦ ਫਿਰ ਵੱਡੀਆਂ ਮੁਸੀਬਤਾਂ ਹੋਰ ਆਉਣਗੀਆਂ, ਕਿਉਂਕਿ ਫਿਰ ਬਿਮਾਰੀ ਦਾ ਜਿਹੜਾ ਖਤਰਾ ਹੈ, ਉਸ ਤੋਂ ਬਾਅਦ ਸਕਿਨ ਦੀ ਬਿਮਾਰੀ ਹੋ ਗਈ, ਬੁਖਾਰ ਦੀ, ਜਿਵੇਂ ਆਈਸ ਫਲੂ ਅਸੀਂ ਦੇਖਿਆ ਸੀ ਪਿਛਲੇ ਸਮੇਂ, ਤੇ ਉਸ ਤੋਂ ਬਾਅਦ ਫਿਰ ਵੱਡੀ ਗੱਲ ਹੈ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਆਰਥਿਕ ਤੌਰ ਤੇ ਘਰ ਦੀਆਂ ਚੀਜ਼ਾਂ ਦਾ। ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ, ਕਿਸਾਨਾਂ ਨੇ ਜਿਨ੍ਹਾਂ ਨੇ ਤੀਹਰੀ ਵਾਰ ਫਸਲ ਲਗਾਈ ਸੀ ਉਹ ਵੀ ਉਹਨਾਂ ਦੀ ਖਰਾਬ ਹੋ ਚੁੱਕੀ ਹੈ। ਤੇ ਆਪ ਜੀ ਕੀ ਅਪੀਲ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿ ਜਿਹੜੀ ਨੁਕਸਾਨ ਹੋ ਰਿਹਾ, ਭਾਵੇਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਲਗਾਤਾਰ ਜਿਹੜੀ ਸਹਾਇਤਾ ਉਹ ਮਿਲ ਰਹੀ ਆ, ਸਾਰੇ ਪਾਸੇ ਤੋਂ ਸਹਾਇਤਾ ਦੇ ਰਹੇ ਨੇ ਲੋਕ, ਇੱਕ ਦੂਸਰੇ ਲਈ ਖੜੇ ਨੇ, ਕਿਉਂਕਿ ਇਹ ਸਾਡੇ ਪੰਜਾਬ ਦਾ ਸੱਭਿਆਚਾਰ ਹੈ, ਸਾਡੇ ਗੁਰਾਂ ਪੀਰਾਂ ਦੀ ਧਰਤੀ ਹੈ। ਉਹਨਾਂ ਨੇ ਸਾਨੂੰ ਇਹ ਗੁੜਤੀ ਦੇ ਵਿੱਚ ਦਿੱਤਾ ਕਿ ਕਿਸ ਤਰ੍ਹਾਂ ਔਖੇ ਵੇਲੇ ਇੱਕ ਦੂਸਰੇ ਦੇ ਨਾਲ ਖੜਨਾ, ਮੋਢੇ ਨਾਲ ਮੋਢਾ ਜੋੜ ਕੇ ਉਹ ਪੰਜਾਬ ਕਰ ਰਿਹਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਹਾਲਾਤ ਬਣ ਗਏ, ਕਿਉਂਕਿ ਅਸੀਂ ਵੇਖਿਆ ਸੰਜੇ ਜੀ ਇਸ ਵੇਲੇ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ, ਸੰਸਥਾਵਾਂ ਇਕੱਠੀਆਂ ਹੋਈ ਨੇ, ਲਗਾਤਾਰ ਰਾਹਤ ਦੇ ਕਾਰਜ ਚੱਲ ਰਹੇ ਨੇ, ਪਰ ਬਾਅਦ ਦੇ ਵਿੱਚ ਕੋਈ ਨਹੀਂ ਪੁੱਛਦਾ ਹੈਗਾ, ਫਿਰ ਬਾਅਦ ਦੇ ਵਿੱਚ ਸਾਰੇ ਇੱਕਦਮ ਉਸ ਵੇਲੇ ਕੋਈ ਨਹੀਂ ਆਉਂਦਾ। ਤੇ ਉਸ ਵੇਲੇ ਅਸੀਂ ਅਪੀਲ ਕਰਦੇ ਹਾਂ ਕਿ ਬਾਅਦ ਦੇ ਵਿੱਚ ਵੀ ਜਿਹੜਾ ਜ਼ਰੂਰ ਪੁੱਛਣਾ ਚਾਹੀਦਾ, ਜ਼ਰੂਰ ਜਿਹੜਾ ਪਹੁੰਚਣਾ ਚਾਹੀਦਾ। ਹਾਲਾਤਾਂ ਤੋਂ ਬਾਅਦ ਵੀ ਜਿਹੜਾ ਉਹ ਫਿਰ ਜਿਹੜੇ ਦੋ ਕਾਰਨ ਨੇ, ਇੱਕ ਤਾਂ ਜਿਹੜੀ ਵੈਲ ਪਲੈਨਿੰਗ ਹੈ, ਜਿੱਥੇ ਨੁਕਸਾਨ ਹੋਇਆ ਕਿਉਂ ਹੋਇਆ ਉਹਦਾ ਸਰਵੇ ਕਰਕੇ ਉਹਦੇ ਪਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੰਗੇ ਢੰਗ ਦੇ ਨਾਲ ਕੰਮ ਕਰਨਾ ਚਾਹੀਦਾ, ਤੇ ਲੋਕਾਂ ਨੂੰ ਵੀ ਇੱਕ ਦੂਸਰੇ ਦੇ ਨਾਲ ਫਿਰ ਖੜਨਾ ਚਾਹੀਦਾ, ਚਾਹੇ ਉਹ ਪੰਚਾਇਤਾਂ ਵੱਲੋਂ ਜਾਂ ਸੰਸਥਾਵਾਂ ਦੇ ਵੱਲੋਂ ਸਹਿਯੋਗ ਲਗਾਤਾਰ ਜਾਰੀ ਰੱਖਣਾ ਚਾਹੀਦਾ ਜੀ। ਬਿਲਕੁਲ, ਮੈਂ ਤਾਂ ਇਸ ਮੌਕੇ ਤੇ ਸਰਕਾਰ ਨੂੰ ਵੀ ਅਪੀਲ ਕਰਾਂਗਾ ਕਿ ਜਿਹੜਾ ਮੁਆਵਜ਼ਾ, ਜਿਹੜਾ ਬਣਦਾ ਮੁਆਵਜ਼ਾ ਹੈਗਾ, ਜਿਹੜੇ ਪ੍ਰਭਾਵਿਤ ਲੋਕ ਹੋਏ ਨੇ, ਜਿਹੜੇ ਪੀੜਿਤ ਹੈਗੇ ਨੇ, ਉਹਨਾਂ ਨੂੰ ਉਹ ਮੁਆਵਜ਼ਾ ਮਿਲਣਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਬਾਕੀ ਜਿਹੜੇ ਆਮ ਆਦਮੀ ਜਿਹੜੇ ਸਹਿਯੋਗ ਕਰ ਰਹੇ ਨੇ ਉਹ ਤਾਂ ਬਹੁਤ ਉਹਦੀ ਤਾਂ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈਗੀ। ਸੰਸਥਾਵਾਂ ਜਿਹੜੀਆਂ ਇਹਦੇ ਲਈ ਕੰਮ ਕਰ ਰਹੀਆਂ ਹੈਗੀਆਂ ਨੇ ਉਹ ਨਿਸ਼ਚਿਤ ਤੌਰ ਤੇ ਪ੍ਰਸ਼ੰਸਾ ਦੇ ਯੋਗ ਹੈਗੀਆਂ ਨੇ, ਲੇਕਿਨ ਮੇਨ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਬਣਦੀ ਹੈਗੀ ਹੈ। ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਇੱਥੇ ਇੱਕ ਸਵਾਲ ਕੇ ਉੱਠਦਾ, ਹੁਣ ਇਹ ਵੀ ਭਗਵੰਤ ਮਾਨ ਸਰਕਾਰ ਨੇ ਵੀ ਜਿਹੜੀ ਅਪੀਲ ਕੀਤੀ ਹੈ, ਲਿਖਤੀ ਰੂਪ ਦੇ ਵਿੱਚ ਕੇਂਦਰ ਸਰਕਾਰ ਨੂੰ ਕਿਹਾ ਕਿ ਇੱਕ ਕਿਸਾਨ ਦਾ ਜਿਹੜਾ ਖੇਤ ਦਾ ਮੁਆਵਜ਼ਾ 15,000 ਰੁਪਇਆ ਪ੍ਰਤੀ ਏਕੜ ਦਿੱਤਾ ਜਾ ਰਿਹਾ, ਪਰ ਉਹਦਾ ਨੁਕਸਾਨ ਜਿਹੜਾ ਉਹ 50,000 ਦਾ ਬਣਦਾ ਹੈ, ਤੇ ਸਰਕਾਰ 15 ਤੋਂ ਵੱਧ ਨਹੀਂ ਦੇ ਸਕਦੀ, ਨੁਕਸਾਨ 50 ਦਾ ਹੈ। ਤੇ ਇਸ ਵੇਲੇ ਸਰਕਾਰ ਦੇ ਲਈ ਵੀ ਬੜੀ ਜਿਹੜੀ ਦਿੱਕਤ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ। ਬਿਲਕੁਲ, ਐਕਚੁਅਲੀ ਸਰਕਾਰ ਦੇ ਵੀ ਹੱਥ ਬੰਨੇ ਹੋਏ ਨੇ, ਫੰਡਸ ਲਿਮਿਟਡ ਹੁੰਦੇ ਹੈਗੇ ਨੇ, ਉਹਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਸਰਕਾਰ ਦੀਆਂ ਹੈਗੇ ਨੇ ਜੀ। ਇੰਨਾ ਨੁਕਸਾਨ ਝੱਲਣਾ ਜਿਹੜਾ ਉਹ ਸਰਕਾਰ ਵਾਸਤੇ ਵੀ ਪੋਸੀਬਲ ਨਹੀਂ ਹੁੰਦਾ, ਪਰ ਫਿਰ ਵੀ ਖਾਸ ਤੌਰ ਤੇ ਉਹ ਲੋਕ ਜਿਹੜੇ ਕਿ ਬਿਲਕੁਲ ਮਾਰਜਿਨ ਦੇ ਉੱਤੇ ਬੈਠੇ ਹੋਏ ਨੇ, ਜਿਨ੍ਹਾਂ ਵਾਸਤੇ ਖਾਣ ਦੇ ਲਾਲੇ ਪੈ ਗਏ ਹੈਗੇ ਨੇ, ਐਟਲੀਸਟ ਐਸੇ ਲੋਕਾਂ ਤੱਕ ਤੇ ਸਰਕਾਰ ਦੀ ਮਦਦ ਜ਼ਰੂਰ ਪਹੁੰਚਣੀ ਚਾਹੀਦੀ ਹੈਗੀ ਹੈ ਉਹਨਾਂ ਨੂੰ। ਬਾਕੀ ਜਿਹੜੇ ਵੱਡੇ ਕਿਸਾਨ ਹੈਗੇ ਆ ਜਾਂ ਜਿਹੜੇ ਥੋੜੇ ਵੈਲ ਆਫ ਲੋਕ ਹੈਗੇ ਨੇ, ਬਿਹਤਰ ਆਰਥਿਕ ਸਥਿਤੀ ਵਿੱਚ ਹੈਗੇ ਨੇ, ਉਹ ਥੋੜਾ ਝੱਲ ਵੀ ਸਕਦੇ ਨੇ, ਲੇਕਿਨ ਜਿਹੜੇ ਬਿਲਕੁਲ ਮਾਰਜਿਨ ਦੇ ਉੱਤੇ, ਹਾਸ਼ੀਏ ਤੇ ਜਿਹੜੇ ਲੋਕ ਬੈਠੇ ਹੋਏ ਨੇ, ਜਿਹੜੇ ਬਿਲਕੁਲ ਨਿਚਲੇ ਪਾਇਦਾਨ ਦੇ ਉੱਤੇ ਹੈਗੇ ਨੇ,
ਸਰਕਾਰ ਨੂੰ ਉਹਨਾਂ ਵੱਲ ਔਰ ਆਮ ਆਦਮੀ ਨੂੰ ਸਾਨੂੰ ਤੁਹਾਨੂੰ ਵੀ ਜਿਹੜੀਆਂ ਸੰਸਥਾਵਾਂ ਨੇ ਸਾਡੀ ਸੰਸਥਾਵਾਂ ਹੈਗੀਆਂ ਨੇ ਉਹਨਾਂ ਵੱਲ ਖਾਸ ਤੌਰ ਤੇ ਤਵੱਜੋ ਦੇਣੀ ਚਾਹੀਦੀ ਹੈਗੀ ਹੈ ਤੇ ਉਹਨਾਂ ਨੂੰ ਜਿੰਨੀ ਮਦਦ ਪਹੁੰਚਾ ਸਕਦੇ ਹੈਗੇ ਵੱਧ ਤੋਂ ਵੱਧ ਦੇਣੀ ਚਾਹੀਦੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਦੇ ਤੌਰ ਤੇ ਸੰਜੇ ਮਲਹੋਤਰਾ ਜੀ ਸਾਡੇ ਨਾਲ ਮੌਜੂਦ ਰਹੇ ਨੇ। ਬਹੁਤ ਹੀ ਬਾਖੂਬੀ ਜਿਹੜੀ ਗੱਲਬਾਤ ਉਹਨਾਂ ਦੇ ਨਾਲ ਹੋਈ ਹੈ। ਆਉਣ ਵਾਲੇ ਦਿਨਾਂ 'ਚ ਫਿਰ ਇਸ ਤਰ੍ਹਾਂ ਦੀ ਚਰਚਾ ਦੇ ਵਿੱਚ ਆਪ ਜੀ ਨੂੰ ਖੇਚਲ ਦਿੱਤੀ ਜਾਵੇਗੀ। ਸ਼ੁਕਰਾਨੇ, ਧੰਨਵਾਦ ਜੀ।